प्यारे बच्चों, अज असी जमात 7वीं अध्याय 11 परमाप ਅਤੇ ਖੇਤਰਫਲ ਭਾਵ ਪੈਰੀਮੀਟਰ ਐਂਡ ਏਰੀਆ ਵਿੱਚੋਂ ਸਮਾਂਤਰ ਚਤੁਰਭੁਜ ਦਾ ਖੇਤਰਫਲ ਅਤੇ ਤ੍ਰਿਭੁਜ ਦੇ ਖੇਤਰਫਲ ਨਾਲ ਸੰਬੰਧਿਤ ਐਕਟੀਵਿਟੀਜ਼ ਕਰਾਂਗੇ। ਜਿਵੇਂ ਕਿ ਬੱਚਿਓ ਤੁਸੀਂ ਪਿਛਲੀ ਸ਼੍ਰੇਣੀ ਵਿੱਚ ਤਲ ਵਿੱਚ ਬਣੇ ਚਿੱਤਰਾਂ ਦਾ ਪਰਿਮਾਪ ਅਤੇ ਵਰਗ ਜਾਂ ਆਇਤ ਦੇ ਖੇਤਰਫਲ ਚੰਗੀ ਤਰ੍ਹਾਂ ਸਿੱਖ ਚੁੱਕੇ ਹੋ। ਜੇ ਅਸੀਂ ਪਰਿਮਾਪ ਦੀ ਗੱਲ ਕਰੀਏ, ਪਰਿਮਾਪ ਕੀ ਹੁੰਦਾ ਹੈ? ਪਰਿਮਾਪ ਇੱਕ ਬੰਦ ਆਕ੍ਰਿਤੀ ਦੇ 4 ਚੁਫੇਰੇ ਦੀ ਦੂਰੀ ਨੂੰ ਪਰਿਮਾਪ ਆਖਿਆ ਜਾਂਦਾ ਹੈ। ਇਸੇ ਤਰ੍ਹਾਂ ਜੇ ਅਸੀਂ ਖੇਤਰਫਲ ਤੇ ਵਿਚਾਰ ਕਰੀਏ, ਖੇਤਰਫਲ ਕੀ ਹੁੰਦਾ ਹੈ? ਇਸ ਬੰਦ ਆਕ੍ਰਿਤੀ ਦੇ ਵਿੱਚ ਦੀ ਜਗ੍ਹਾ ਜਾਂ ਖੇਤਰ ਨੂੰ ਖੇਤਰਫਲ ਅਖਵਾਉਂਦਾ ਹੈ। ਇਸੇ ਤਰ੍ਹਾਂ ਬੱਚਿਓ ਮੇਰੇ ਪਾਸ ਇੱਕ ਚਾਰਟ ਤੇ ਬੰਦ ਆਕ੍ਰਿਤੀ ਬਣੀ ਹੋਈ ਹੈ। ਜੇ ਅਸੀਂ ਇੱਥੇ ਪਰਿਮਾਪ ਦੀ ਗੱਲ ਕਰੀਏ, ਇਹ ਆਕ੍ਰਿਤੀ ਧਾਗੇ ਨਾਲ ਬਣੀ ਹੋਈ ਹੈ। ਜੇ ਅਸੀਂ ਪਰਿਮਾਪ ਵੇਖਣਾ ਹੋਵੇ, ਇਸ ਧਾਗੇ ਦੀ ਲੰਬਾਈ ਇੰਚੀ ਟੇਪ ਦੀ ਮਦਦ ਨਾਲ ਮਾਪੀਏ ਤਾਂ ਇਹ ਪਰਿਮਾਪ ਹੈ। ਤੇ ਜੇ ਖੇਤਰਫਲ ਤੇ ਵਿਚਾਰ ਕਰੀਏ, ਇਸ ਬੰਦ ਆਕ੍ਰਿਤੀ ਦੇ ਵਿੱਚ ਜਿੰਨਾ ਵੀ ਥਾਂ ਜਾਂ ਜਗ੍ਹਾ ਘਿਰੀ ਹੋਈ ਹੈ ਉਹ ਖੇਤਰਫਲ ਹੈ। ਸੋ ਆਓ ਬੱਚਿਓ ਹੁਣ ਅਸੀਂ ਸਮਾਂਤਰ ਚਤੁਰਭੁਜ ਦੇ ਖੇਤਰਫਲ ਨਾਲ ਸੰਬੰਧਿਤ ਐਕਟੀਵਿਟੀ ਕਰੀਏ। ਸੋ ਬੱਚਿਓ ਐਕਟੀਵਿਟੀ ਕਰਨ ਤੋਂ ਪਹਿਲਾਂ ਤੁਹਾਨੂੰ ਸਮਾਂਤਰ ਚਤੁਰਭੁਜ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਤੇ ਇਸ ਦੇ ਗੁਣਾਂ ਦਾ ਵੀ ਗਿਆਨ ਹੋਣਾ ਚਾਹੀਦਾ ਹੈ। ਜਿਵੇਂ ਕਿ ਇੱਕ ਚਤੁਰਭੁਜ ਜਿਸ ਦੇ ਆਮਣੇ ਸਾਹਮਣੇ ਦੀਆਂ ਭੁਜਾਵਾਂ ਬਰਾਬਰ ਅਤੇ ਸਮਾਨਾਂਤਰ ਹੁੰਦੀਆਂ ਹਨ, ਇਸ ਦੇ ਵਿਕਰਨ ਇੱਕ ਦੂਜੇ ਨੂੰ ਸਮਦੁਭਾਜਿਤ ਕਰਦੇ ਹਨ ਤੇ ਇਸ ਦੀ ਕਿਸੇ ਵੀ ਭੁਜਾ ਨੂੰ ਆਧਾਰ ਵਜੋਂ ਮੰਨਿਆ ਜਾ ਸਕਦਾ ਹੈ। ਸਮਾਂਤਰ ਚਤੁਰਭੁਜ ਦੇ 3 ਰੂਪ ਹੋ ਸਕਦੇ ਹਨ: ਵਰਗ, ਆਇਤ ਅਤੇ ਰੋਮਬਸ। ਸੋ ਬੱਚਿਓ ਆਧਾਰ ਵਾਲੀ ਭੁਜਾ ਦੇ ਸਾਹਮਣੇ ਭੁਜਾ ਦੇ ਸਿਖਰ ਬਿੰਦੂ ਤੋਂ ਆਧਾਰ ਤੱਕ ਦੀ ਦੂਰੀ ਨੂੰ ਉਚਾਈ ਆਖਿਆ ਜਾਂਦਾ ਹੈ। ਸੋ ਸਮਾਂਤਰ ਚਤੁਰਭੁਜ ਦੇ ਖੇਤਰਫਲ ਦਾ ਫਾਰਮੂਲਾ ਆਧਾਰ ਗੁਣਾ ਸੰਗਤ ਉਚਾਈ ਹੁੰਦਾ ਹੈ। ਸੋ ਬੱਚਿਓ ਅੱਜ ਅਸੀਂ ਇਹੀ ਵੇਖਣਾ ਹੈ, ਇਸ ਸਮਾਂਤਰ ਚਤੁਰਭੁਜ ਦੇ ਖੇਤਰਫਲ ਦਾ ਫਾਰਮੂਲਾ ਆਧਾਰ ਗੁਣਾ ਸੰਗਤ ਉਚਾਈ ਕਿਸ ਤਰ੍ਹਾਂ ਬਣਿਆ ਹੈ। ਜਿਵੇਂ ਕਿ ਮੈਂ ਤੁਹਾਡੇ ਨਾਲ ਹੁਣੇ ਹੀ ਗੱਲ ਕੀਤੀ ਹੈ ਕਿ ਇਸ ਦੇ 3 ਰੂਪ ਹੋ ਸਕਦੇ ਹਨ: ਵਰਗ, ਆਇਤ ਅਤੇ ਰੋਮਬਸ। ਸੋ ਬੱਚਿਓ ਜੇ ਅਸੀਂ ਇਸ ਸਮਾਂਤਰ ਚਤੁਰਭੁਜ ਦਾ ਇੱਕ ਆਇਤਾਕਾਰ ਰੂਪ ਬਣਾ ਦਈਏ ਤਾਂ ਇਸ ਦੇ ਖੇਤਰਫਲ ਦਾ ਫਾਰਮੂਲਾ ਲੱਭਣਾ ਬਹੁਤ ਸੌਖਾ ਹੈ। ਸੋ ਬੱਚਿਓ ਜਿਵੇਂ ਕਿ D ਬਿੰਦੂ ਤੋਂ ਭੁਜਾ AB ਤੇ DE ਲੰਬ ਸੁੱਟਿਆ ਹੈ, ਇਸ ਤਰ੍ਹਾਂ ਇੱਕ ADE ਤ੍ਰਿਭੁਜ ਬਣ ਗਈ ਹੈ। ਜੇ ਇਸ ਤ੍ਰਿਭੁਜ ਨੂੰ ਕੱਟ ਕੇ ਇਸ ਪਾਸੇ ਲਗਾਇਆ ਜਾਵੇ ਤਾਂ ਇਹ ਇੱਕ ਆਇਤ ਬਣ ਜਾਂਦੀ ਹੈ। ਇਸ ਤਰ੍ਹਾਂ ਬੱਚਿਓ ਦੂਸਰੀ ਕਟਿੰਗ ਦੇ ਵਿੱਚ ਮੈਂ ਇਸ ਤ੍ਰਿਭੁਜ ਨੂੰ ਕੱਟ ਕੇ ਇਸ ਪਾਸੇ ਲਗਾਇਆ ਹੈ, ਇਹ ਇੱਕ ਆਇਤ ਬਣ ਗਈ ਹੈ। ਜਿਸ ਵਿੱਚ ਵੇਖਣ ਵਾਲੀ ਗੱਲ ਇਹ ਹੈ ਕਿ ਜਿੰਨਾ ਸਮਾਂਤਰ ਚਤੁਰਭੁਜ ਦਾ ਆਧਾਰ ਹੈ, ਵੇਖੋ ਜਿੰਨਾ ਆਧਾਰ ਹੈ ਉਹਨਾਂ ਆਇਤ ਦੀ ਲੰਬਾਈ ਹੈ ਤੇ ਜਿੰਨੀ ਸਮਾਂਤਰ ਚਤੁਰਭੁਜ ਦੀ ਉਚਾਈ ਹੈ ਉਹ ਆਇਤ ਦੀ ਚੌੜਾਈ ਦੇ ਬਰਾਬਰ ਹੈ। ਸੋ ਬੱਚੇ ਹੁਣ ਅਸੀਂ ਇਹ ਵੇਖਣਾ ਹੈ ਕਿ ਇਸ ਸਮਾਂਤਰ ਚਤੁਰਭੁਜ ਤੇ ਇਸ ਆਇਤ ਦੇ ਖੇਤਰਫਲ ਆਪਸ ਵਿੱਚ ਬਰਾਬਰ ਹਨ। ਸੋ ਮੈਂ ਇੱਕ ਚਾਰਟ ਤੇ ਗ੍ਰਾਫ ਪੇਪਰ ਤਿਆਰ ਕੀਤਾ ਹੈ। ਸੋ ਇਸ ਗ੍ਰਾਫ ਪੇਪਰ ਤੇ ਅਸੀਂ ਸਮਾਂਤਰ ਚਤੁਰਭੁਜ ਨੂੰ ਚੱਕ ਕੇ ਰੱਖਦੇ ਹਾਂ। ਸੋ ਜਿੰਨਾ ਇੱਕ ਸਮਾਂਤਰ ਚਤੁਰਭੁਜ ਨੇ ਥਾਂ ਘੇਰਿਆ ਹੈ ਉਸ ਦਾ ਮੈਂ ਛੇਦਨ ਪੋਰਸ਼ਨ ਕੀਤਾ ਹੋਇਆ ਹੈ। ਜਿਵੇਂ ਕਿ ਤੁਸੀਂ 6ਵੀਂ ਜਮਾਤ ਵਿੱਚ ਕਿਸੇ ਆਕ੍ਰਿਤੀ ਦਾ ਖੇਤਰਫਲ ਪਤਾ ਕਰਨਾ ਵਰਗਾਕਾਰ ਪੇਪਰ ਦੀ ਮਦਦ ਨਾਲ ਸਿੱਖ ਚੁੱਕੇ ਹੋ ਕਿ ਪੂਰਨ ਵਰਗ ਦੇ ਖੇਤਰਫਲ ਨੂੰ ਪੂਰਨ ਵਰਗ ਲਿਆ ਹੈ ਤੇ ਅੱਧੇ ਤੋਂ ਵੱਧ ਖੇਤਰਫਲ ਵਾਲੇ ਵਰਗ ਨੂੰ ਪੂਰਨ ਖੇਤਰਫਲ ਲਿਆ ਗਿਆ ਤੇ ਅੱਧੇ ਵਰਗ ਨੂੰ ਅੱਧੇ ਵਰਗ ਹੀ ਲਿਆ ਗਿਆ ਹੈ ਤੇ ਅੱਧੇ ਤੋਂ ਜ਼ਿਆਦਾ ਵਰਗ ਦੇ ਖੇਤਰਫਲ ਨੂੰ ਪੂਰਨ ਵਰਗ ਲਿਆ ਗਿਆ ਹੈ। ਸੋ ਬੱਚਿਓ ਦੇਖੋ, ਜਦੋਂ ਮੈਂ ਇਸ ਸਮਾਂਤਰ ਚਤੁਰਭੁਜ ਨੂੰ ਇਸ ਪੇਪਰ ਦੇ ਗ੍ਰਾਫ ਪੇਪਰ ਦੇ ਉੱਪਰ ਰੱਖਦੀ ਹਾਂ ਤਾਂ ਇਸ ਦੇ ਉੱਪਰ ਅਸੀਂ ਜਿੰਨੇ ਵਰਗਾਂ ਬਣੇ ਹੋਏ ਹਨ ਉਹਨਾਂ ਨੂੰ ਆਪਾਂ ਗਿਣਾਂਗੇ। ਜਿਵੇਂ ਕਿ ਦੇਖੋ ਪੂਰਨ ਵਰਗ ਕਿੰਨੇ ਹਨ? 1 2 3 4 5 6 7 7 ਇਸ ਪਾਸੇ ਨੂੰ, 7 ਇਸ ਪਾਸੇ ਨੂੰ, 1 2 3 4 5 6 7। ਸੋ ਇਹ 7 ਗੁਣਾ 7 ਕਿੰਨਾ ਹੋ ਗਿਆ? 49 ਤੇ 1 2 3 4 5 6 6 ਇਸ ਪਾਸੇ ਹੈ ਤੇ 1 2 3 4 5 6 6 ਇਸ ਪਾਸੇ ਹੈ। 49 ਜਮਾ 6 ਜਮਾ 6 ਪੂਰੇ ਵਰਗ ਬੱਚਿਓ 61 ਹਨ। ਸੋ ਇਹਨਾਂ ਨੂੰ ਮੈਂ ਲਾਲ ਰੰਗ ਦੇ ਨਾਲ ਸ਼ੇਡਡ ਕੀਤਾ ਹੋਇਆ ਹੈ। ਸੋ ਅੱਧੇ ਤੋਂ ਜ਼ਿਆਦਾ ਵਰਗਾਂ ਨੂੰ ਨੀਲੇ ਰੰਗ ਨਾਲ ਸ਼ੇਡਡ ਕੀਤਾ ਹੋਇਆ ਹੈ। ਅੱਧੇ ਤੋਂ ਵੱਧ ਵਰਗ ਕਿੰਨੇ ਹਨ? 1 2 3 4 5 6 7 8 ਅੱਧੇ ਤੋਂ ਵੱਧ ਵਰਗ 8 ਹਨ। ਸੋ ਅੱਧੇ ਤੋਂ ਘੱਟ ਕਿੰਨੇ ਹਨ? ਉਹਨਾਂ ਨੂੰ ਛੱਡ ਦਿੱਤਾ ਗਿਆ ਹੈ। 1 2 3 4 5 6 ਉਹਨਾਂ ਨੂੰ ਛੱਡ ਦਿੱਤਾ ਗਿਆ ਹੈ।
ਸੋ ਅੱਧੇ ਵਰਗ ਕਿੰਨੇ ਹਨ? ਅੱਧੇ ਅੱਧੇ ਖੇਤਰਫਲ ਦੇ ਵਰਗ 2 ਹਨ, 1 2 ਉਹਨਾਂ ਨੂੰ 1 ਮੰਨਿਆ ਹੈ। ਸੋ ਇਸ ਸਮਾਂਤਰ ਚਤੁਰਭੁਜ ਦਾ ਪੂਰਾ ਖੇਤਰਫਲ ਕਿੰਨਾ ਵਰਗ ਇਕਾਈਆਂ ਹੈ? ਪੂਰੇ ਵਰਗ 61 ਹਨ, ਅੱਧੇ ਤੋਂ ਵੱਧ 8 ਹਨ ਤੇ ਅੱਧੇ 2 ਹੈ, ਉਹ 1 ਬਣ ਗਿਆ। ਸੋ ਟੋਟਲ ਕਿੰਨਾ ਖੇਤਰਫਲ ਹੈ ਸਮਾਂਤਰ ਚਤੁਰਭੁਜ ਦਾ? 70 ਵਰਗ ਇਕਾਈਆਂ। ਸੋ ਬੱਚੇ ਜੋ ਆਇਤ ਬਣੀ ਸੀ ਉਸ ਵਾਸਤੇ ਚਾਰਟ ਪੇਪਰ ਭਾਵ ਗ੍ਰਾਫ ਪੇਪਰ ਹੋਰ ਤਿਆਰ ਕੀਤਾ ਹੈ। ਸੋ ਦੂਸਰੀ ਕਟਿੰਗ ਨੂੰ ਜਦੋਂ ਇਸ ਗ੍ਰਾਫ ਪੇਪਰ ਤੇ ਰੱਖਦੇ ਹਾਂ ਤਾਂ ਉਸਦਾ ਖੇਤਰਫਲ ਕਿੰਨੇ ਵਰਗ ਇਕਾਈਆਂ ਹੈ? ਜਿਵੇਂ ਕਿ ਦੇਖੋ ਰੱਖਣ ਦੇ ਨਾਲ ਜਿੰਨਾ ਵੀ ਇਸਨੇ ਥਾਂ ਘੇਰਿਆ ਹੈ ਉਹ ਸ਼ੇਡਡ ਕੀਤਾ ਹੋਇਆ ਹੈ ਤੇ ਸ਼ੇਡਡ ਆਪਾਂ ਵਰਗ ਗਿਣਾਂਗੇ ਕਿੰਨੇ ਆ। ਆਇਤ ਵਾਲੇ ਪਾਸੇ ਨੂੰ 1 2 3 4 5 6 7 8 9 10 ਤੇ ਚੌੜਾਈ ਵਾਲੇ ਪਾਸੇ ਨੂੰ ਕਿੰਨੇ ਹਨ? 1 2 3 4 5 6 7 ਤੇ 10 ਗੁਣਾ 7 70। ਸੋ ਇਸ ਆਇਤ ਦਾ ਖੇਤਰਫਲ ਕਿੰਨਾ ਹੈ? 10 ਗੁਣਾ 7 70। ਸੋ ਬੱਚਿਓ ਅਸੀਂ ਇੱਥੇ ਇਹ ਕਹਿ ਸਕਦੇ ਹਾਂ ਕਿ ਜਦੋਂ ਇਸ ਆਇਤ ਤੇ ਸਮਾਂਤਰ ਚਤੁਰਭੁਜ ਨੂੰ ਇਸ ਚਾਰਟ ਪੇਪਰ ਤੇ ਰੱਖਿਆ ਹੈ ਤਾਂ ਇਹ ਖੇਤਰਫਲ ਵਿੱਚ ਦੋਨੇ ਆਕ੍ਰਿਤੀਆਂ ਬਰਾਬਰ ਹਨ। ਸੋ ਜਿਵੇਂ ਕਿ ਤੁਸੀਂ 6ਵੀਂ ਕਲਾਸ ਵਿੱਚ ਆਇਤ ਦੇ ਖੇਤਰਫਲ ਬਾਰੇ ਚੰਗੀ ਤਰ੍ਹਾਂ ਸਿੱਖ ਚੁੱਕੇ ਹੋ ਕਿ ਆਇਤ ਦਾ ਖੇਤਰਫਲ ਕਾਹਦੇ ਬਰਾਬਰ ਹੁੰਦਾ ਹੈ? ਲੰਬਾਈ ਗੁਣਾ ਚੌੜਾਈ। ਸੋ ਜਿਵੇਂ ਕਿ ਆਪਾਂ ਹੁਣ ਇਹੀ ਗੱਲ ਕਰਕੇ ਹਟੇ ਸੀ ਕਿ ਇਸ ਸਮਾਂਤਰ ਚਤੁਰਭੁਜ ਦੀ ਜੋ ਲੰਬਾਈ ਆਧਾਰ ਦੀ ਲੰਬਾਈ ਹੈ ਉਹ ਆਇਤ ਦੀ ਲੰਬਾਈ ਦੇ ਬਰਾਬਰ ਹੈ ਤੇ ਇਸ ਆਇਤ ਦੀ ਜੋ ਚੌੜਾਈ ਹੈ ਉਹ ਸਮਾਂਤਰ ਚਤੁਰਭੁਜ ਦੀ ਸੰਗਤ ਉਚਾਈ ਦੇ ਬਰਾਬਰ ਹੈ। ਇਹ ਖੇਤਰਫਲ ਵਿੱਚ ਬਰਾਬਰ ਹਨ। ਸੋ ਆਇਤ ਦਾ ਖੇਤਰਫਲ ਬਰਾਬਰ ਲੰਬਾਈ ਗੁਣਾ ਚੌੜਾਈ। ਸੋ ਇੱਥੇ ਸਮਾਂਤਰ ਚਤੁਰਭੁਜ ਦਾ ਖੇਤਰਫਲ ਆਧਾਰ ਗੁਣਾ ਸੰਗਤ ਉਚਾਈ ਹੈ। ਸੋ ਬੱਚਿਓ ਆਓ ਹੁਣ ਅਸੀਂ ਦੂਸਰੀ ਐਕਟੀਵਿਟੀ ਤ੍ਰਿਭੁਜ ਦੇ ਖੇਤਰਫਲ ਦੀ ਕਰਦੇ ਹਾਂ। ਸੋ ਬੱਚਿਓ ਐਕਟੀਵਿਟੀ ਕਰਨ ਤੋਂ ਪਹਿਲਾਂ ਤੁਹਾਨੂੰ ਤ੍ਰਿਭੁਜ ਅਤੇ ਇਸ ਦੇ ਗੁਣਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਤ੍ਰਿਭੁਜ ਦਾ ਖੇਤਰਫਲ। ਸੋ ਜਿਵੇਂ ਕਿ ਬੱਚਿਓ ਮੇਰੇ ਪਾਸ ਤ੍ਰਿਭੁਜ ਦੀ ਕਟਿੰਗ ਹੈ ਤੇ ਸਭ ਤੋਂ ਪਹਿਲਾਂ ਆਪਾਂ ਇਹ ਵੇਖਦੇ ਹਾਂ ਕਿ ਤ੍ਰਿਭੁਜ ਕੀ ਹੁੰਦੀ ਹੈ। ਤਿੰਨ ਭੁਜਾਵਾਂ ਨਾਲ ਘਿਰੀ ਆਕ੍ਰਿਤੀ ਨੂੰ ਤ੍ਰਿਭੁਜ ਆਖਿਆ ਜਾਂਦਾ ਹੈ ਕਿ ਤ੍ਰਿਭੁਜ ਦੀਆਂ ਤਿੰਨ ਭੁਜਾਵਾਂ, ਤਿੰਨ ਕੋਣ ਅਤੇ ਤਿੰਨ ਸਿਖਰ ਹੁੰਦੇ ਹਨ। ਤ੍ਰਿਭੁਜ ਦੇ ਤਿੰਨਾਂ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ। ਸੋ ਬੱਚਿਓ ਇਸ ਐਕਟੀਵਿਟੀ ਨੂੰ ਕਰਨ ਲਈ ਸਾਡੇ ਪਾਸ ਸਮੱਗਰੀ ਚਾਰਟ ਪੇਪਰ, ਸੀਜ਼ਰ, ਕਟਰ ਅਤੇ ਜਿਓਮੈਟਰੀ ਬਾਕਸ ਆਦਿ ਹੋਣੇ ਚਾਹੀਦੇ ਹਨ। ਸੋ ਬੱਚਿਓ ਅਸੀਂ ਇੱਕ ਚਾਰਟ ਪੇਪਰ ਲੈਂਦੇ ਹਾਂ। ਚਾਰਟ ਪੇਪਰ ਦੇ ਉੱਤੇ ਇੱਕ ਤ੍ਰਿਭੁਜ ਨੂੰ ਕੱਟਦੇ ਹਾਂ। ਮੈਂ ਇਹ ਤ੍ਰਿਭੁਜ ਚਾਰਟ ਪੇਪਰ ਤੋਂ ਕੱਟੀ ਹੋਈ ਹੈ। ਸੋ ਇਸੇ ਤ੍ਰਿਭੁਜ ਦੇ ਮਾਪ ਦੀ ਆਕਾਰ ਤੇ ਮਾਪ ਇੱਕੋ ਜਿਹਾ ਹੋਵੇ ਇੱਕ ਤ੍ਰਿਭੁਜ ਹੋਰ ਕੱਟਣੀ ਹੈ ਤੇ ਮੈਂ ਇਹ ਚਾਰਟ ਪੇਪਰ ਤੋਂ ਤ੍ਰਿਭੁਜ ਕੱਟੀ ਹੋਈ ਹੈ। ਸੋ ਬੱਚਿਓ ਜਿਵੇਂ ਕਿ ਮੈਂ ਤੁਹਾਨੂੰ ਇਹ ਕਿਹਾ ਕਿ ਦੋਨੇ ਤ੍ਰਿਭੁਜਾਂ ਅਸੀਂ ਇੱਕੋ ਆਕਾਰ ਤੇ ਮਾਪ ਦੀਆਂ ਕੱਟਣੀਆਂ ਹਨ। ਸੋ ਇਹ ਦੋਨੇ ਤ੍ਰਿਭੁਜਾਂ ਕੀ ਹਨ? ਸਰਵੰਗ ਸਮ। ਜਿਵੇਂ ਕਿ ਜੇ ਅਸੀਂ ਇੱਕ ਤ੍ਰਿਭੁਜ ਨੂੰ ਦੂਜੀ ਤ੍ਰਿਭੁਜ ਉੱਤੇ ਰੱਖੀਏ ਤਾਂ ਇਹ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਢੱਕ ਲੈਂਦੀਆਂ ਹਨ। ਸੋ ਦੋਨੇ ਤ੍ਰਿਭੁਜਾਂ ਕੀ ਹੋਈਆਂ? ਇਹ ਸਰਵੰਗ ਸਮ। ਸੋ ਦੋਨੇ ਤ੍ਰਿਭੁਜਾਂ ਨੂੰ ਬੱਚੇ ਹੁਣ ਅਸੀਂ ਚਾਰਟ ਪੇਪਰ ਦੇ ਉੱਪਰ ਰੱਖਣਾ ਹੈ। ਚਾਰਟ ਪੇਪਰ ਦੇ ਉੱਪਰ ਇਸ ਤਰੀਕੇ ਨਾਲ ਰੱਖਣਾ ਹੈ ਤਾਂ ਕਿ ਇਹਨਾਂ ਦੀਆਂ ਸੰਗਤ ਭੁਜਾਵਾਂ ਮਿਲ ਜਾਣ। ਦੇਖੋ ਸੰਗਤ ਭੁਜਾ AB ਹੈ ਇਸ ਤਰੀਕੇ ਨਾਲ ਤੇ ਦੂਜੀ ਤ੍ਰਿਭੁਜ ਨੂੰ ਇਸ ਦੀ ਸੰਗਤ ਭੁਜਾ ਦੇ ਨਾਲ ਰੱਖਿਆ ਹੈ। ਘੁਮਾ ਕੇ ਆਪਾਂ ਰੱਖਦੇ ਹਾਂ। ਸੋ ਜੇ ਆਪਾਂ ਵੇਖਦੇ ਹਾਂ ਜਦੋਂ ਦੋਨਾਂ ਤ੍ਰਿਭੁਜਾਂ ਨੂੰ ਅਸੀਂ ਸੰਗਤ ਭੁਜਾ ਦੇ ਮੇਲ ਨਾਲ ਰੱਖਦੇ ਹਾਂ ਤਾਂ ਇਹ ਇੱਕ ਕਿਰਤੀ ਬਣ ਜਾਂਦੀ ਹੈ। ਇਹ ਕਿਰਤੀ ਇੱਕ ਸਮਾਨਾਂਤਰ ਚਤੁਰਭੁਜ ਦੀ ਹੈ। ਹੁਣੇ ਅਸੀਂ ਪਿਛਲੀ ਐਕਟੀਵਿਟੀ ਵਿੱਚ ਇਸ ਸਮਾਂਤਰ ਚਤੁਰਭੁਜ ਦੇ ਖੇਤਰਫਲ ਦਾ ਫਾਰਮੂਲਾ ਆਧਾਰ ਗੁਣਾ ਸੰਗਤ ਉਚਾਈ ਕੀਤਾ ਹੈ। ਸੋ ਬੱਚਿਓ ਜੋ ਮੇਰੇ ਪਾਸ ਇਹ ਦੋਨੇ ਕਟਿੰਗ ਸੀ ਤ੍ਰਿਭੁਜਾਂ ਦੀ, ਇਹਨਾਂ ਦੇ ਆਕਾਰ ਅਤੇ ਮਾਪ ਇੱਕੋ ਜਿਹੇ ਹਨ। ਭਾਵ ਇਹਨਾਂ ਦੇ ਆਕਾਰ ਤੇ ਮਾਪ ਇਹ ਸਮਾਂਤਰ ਚਤੁਰਭੁਜ ਦੇ ਅੱਧ ਵਿੱਚ ਆਉਂਦੇ ਹਨ। ਜਿਵੇਂ ਕਿ ਸਮਾਂਤਰ ਚਤੁਰਭੁਜ ਦੇ ਖੇਤਰਫਲ ਦਾ ਫਾਰਮੂਲਾ ਆਧਾਰ ਗੁਣਾ ਸੰਗਤ ਉਚਾਈ। ਸੋ ਇਸ ਤ੍ਰਿਭੁਜ ਦਾ ਖੇਤਰਫਲ ਦਾ ਫਾਰਮੂਲਾ ਕੀ ਹੋਇਆ? ਸਮਾਂਤਰ ਚਤੁਰਭੁਜ ਦਾ ਅੱਧਾ ਹੋਇਆ। ਸੋ ਅਸੀਂ ਇੱਥੇ ਇਹ ਕਹਿ ਸਕਦੇ ਹਾਂ ਤ੍ਰਿਭੁਜ ਦਾ ਖੇਤਰਫਲ ਬਰਾਬਰ ਹੈ ਅੱਧਾ ਸਮਾਂਤਰ ਚਤੁਰਭੁਜ ਦਾ ਖੇਤਰਫਲ। ਜਿਵੇਂ ਕਿ ਸਮਾਂਤਰ ਚਤੁਰਭੁਜ
ਦਾ ਖੇਤਰਫਲ ਆਧਾਰ ਗੁਣਾ ਸੰਗਤ ਉਚਾਈ। ਸੋ त्रिभुज ਦੇ ਖੇਤਰਫਲ ਦਾ ਫਾਰਮੂਲਾ समांतर चतुर्भुज के खेत्रफल का अध होया त्रिभुज के खेत्रफल अद्धा समांतर चतुर्भुज का खेत्रफल। तो बच्चों इत्थे असीं 1/2 समांतर चतुर्भुज के खेत्रफल का फार्मूला आधार गुणा संगत उचाई लिखते हैं जां 1/2 आधार नो बी संगत उचाई एच जां 1/2 बी एच लैंदे हैं। सो त्रिभुज के खेत्रफल का फार्मूला 1/2 आधार गुणा संगत उचाई। सो बच्चों हुण असीं समांतर चतुर्भुज के खेत्रफल अते आयत के खेत्रफल के दोनों फार्मूले कर लए हैं। इन्हां नाल संबंधित हुण असीं सवाल करांगे। आओ हुण असीं संबंधित सवाल करिए। पहला सवाल है समांतर चतुर्भुज का खेत्रफल पता करो। सो इंग्लिश में असीं इस लिखते हाँ फाइंड द एरिया ऑफ पैरेललोग्राम। तो चित्र दिता होया है ए बी सी डी समांतर चतुर्भुज है। बी डी उपकरण नूं मिलाया गया है। डी ई संगत उचाई दी हुई है जिस विच ए बी 7 सेंटीमीटर डी ई 4 सेंटीमीटर। हल है आधार दी लंबाई 7 सेंटीमीटर संगत ऊंचाई 4 सेंटीमीटर समांतर चतुर्भुज का खेत्रफल आधार गुणा संगत ऊंचाई। सो बेटा आधार कितना दिता होया 7 सेंटीमीटर गुणा संगत ऊंचाई कितनी दी हुई 4 सेंटीमीटर। 7 गुणा 4 28 सेंटीमीटर गुणा सेंटीमीटर वर्ग सेंटीमीटर। सो ए बी सी डी समांतर चतुर्भुज के क्षेत्रफल का कितना है 28 वर्ग सेंटीमीटर। दूसरा पार्ट है समांतर चतुर्भुज ए बी सी डी दी हुई है। जिस विच बी डी उपकरण नूं मिलाया गया है। आधार 5 सेंटीमीटर संगत ऊंचाई 3 सेंटीमीटर दी हुई है। हल है आधार दी लंबाई 5 सेंटीमीटर संगत ऊंचाई कितनी दी हुई 3 सेंटीमीटर समांतर चतुर्भुज का क्षेत्रफल। आधार कितना दिता होया 5 सेंटीमीटर आधार गुणा संगत ऊंचाई
संगत ऊंचाई कितनी दिती हुई 3 सेंटीमीटर। 5 गुणा 3 15 वर्ग सेंटीमीटर। सो समांतर चतुर्भुज ए बी सी डी का क्षेत्रफल कितना आया 15 वर्ग सेंटीमीटर। तीसरा पार्ट है समांतर चतुर्भुज ए बी सी डी जिसकी ए बी भुजा 2.5 सेंटीमीटर डी बी विकर्ण नूं बनाया गया है ते डी ई संगत ऊंचाई 3.5 सेंटीमीटर है। तो हल है आधार दी लंबाई 2.5 सेंटीमीटर संगत ऊंचाई 3.5 सेंटीमीटर। समांतर चतुर्भुज का क्षेत्रफल आधार कितना दिता हुआ बच्चों 2.5 सेंटीमीटर संगत ऊंचाई 3.5 सेंटीमीटर। आधार गुणा संगत ऊंचाई 2.5 सेंटीमीटर गुणा 3.5 सेंटीमीटर। 25 35 बेटा किन्ने हुंदे 875। सो दशमलव तो बाद इत्थे एक अंक है ते इत्थे भी एक अंक है। सो असी दशमलव 2 अंकां तो अगे लगावांगे 8.75 वर्ग सेंटीमीटर। नेक्स्ट सवाल है ए बी सी डी समांतर चतुर्भुज है। ए बी सी डी जिस विच ए बी भुजा 5 सेंटीमीटर दी हुई है ते डी ई लंब 8.5 सेंटीमीटर दिता होया है। सो हल है आधार दी लंबाई। सो बच्चे हुण इस पासे दिता होया आधार ए बी कितना है 5 सेंटीमीटर संगत ऊंचाई 4.8 सेंटीमीटर। समांतर चतुर्भुज का क्षेत्रफल आधार गुणा संगत ऊंचाई। आधार कितना बेटा 5 सेंटीमीटर गुणा 4.8 सेंटीमीटर 48 50 240। सो 8 तो पहला दशमलव है 0 तो पहला दशमलव लगावांगे 24 वर्ग सेंटीमीटर। सो नेक्स्ट है त्रिभुज का क्षेत्रफल पता करो। त्रिभुज दा क्षेत्रफल पता करो। अंग्रेजी में असीं लिखते हाँ फाइंड द एरिया ऑफ ट्रायंगल में के फर्स्ट पार्ट है
चित्र दिता होया है त्रिभुज ABC ABC जिस विच AB भुजा 12 सेंटीमीटर दी हुई है ते संगत ऊंचाई 3 सेंटीमीटर। हल है आधार की लंबाई 12 सेंटीमीटर तो संगत ऊंचाई कितनी दी हुई बेटा 3 सेंटीमीटर। त्रिभुज का खेत्रफल जिवें कि हुणे असीं एक्टिविटी कीती सी कि त्रिभुज का खेत्रफल समांतर चतुर्भुज के खेत्रफल का अद्धा हुंदा है। सो त्रिभुज का खेत्रफल 1/2 गुणा आधार गुणा संगत ऊंचाई। 1/2 आधार कितना है 12 सेंटीमीटर ते संगत ऊंचाई कितनी दी हुई 3 सेंटीमीटर। 2 छीके 3 गुणा 6 18 वर्ग सेंटीमीटर। तो त्रिभुज ABC का क्षेत्रफल कितना आया 18 वर्ग सेंटीमीटर। दूसरा सवाल का दूसरा पार्ट है त्रिभुज ABC दी हुई है जिसकी आधार की भुजा 3 सेंटीमीटर ते संगत ऊंचाई वाली भुजा 4 सेंटीमीटर दी हुई है। तो हल है आधार की लंबाई 3 सेंटीमीटर संगत ऊंचाई 4 सेंटीमीटर त्रिभुज का खेत्रफल 1/2 गुणा आधार गुणा संगत ऊंचाई। 1/2 गुणा आधार कितना दिता होया 3 सेंटीमीटर ते संगत ऊंचाई कितनी दी हुई 4 सेंटीमीटर। 2 एकम 2 दूनी 4 3 गुणा 2 6 वर्ग सेंटीमीटर। सो त्रिभुज ABC का क्षेत्रफल कितना आया 6 वर्ग सेंटीमीटर। नेक्स्ट है तीसरा पार्ट त्रिभुज ABC दी हुई है त्रिभुज ABC जिसकी AB भुजा 5 सेंटीमीटर ते संगत ऊंचाई 3.2 सेंटीमीटर। हल है आधार की लंबाई 5 सेंटीमीटर संगत ऊंचाई दी हुई 3.2 सेंटीमीटर। त्रिभुज का क्षेत्रफल 1/2 गुणा आधार गुणा संगत ऊंचाई। 1/2 आधार की कीमत पुट करांगे 5 गुणा 3.2 जहां असी 1/2 गुणा 5 गुणा दशमलव हटा के 32 बटा कितना लिखांगे 10। 2 एकम 2 16 दूना 32 5 एकम 5 5 दूनी 10
2 एकम 2 अठे 16। सो खेत्रफल कितना आया 8 वर्ग सेंटीमीटर। त्रिभुज ABC का खेत्रफल 8 वर्ग सेंटीमीटर। नैक्सट है चौथा पार्ट। त्रिभुज ABC दी हुई है, ABC जिस विच 90 डिग्री का कोण है। AB भुजा 13 सेंटीमीटर ते BC भुजा 12 सेंटीमीटर ते AC भुजा 5 सेंटीमीटर दी हुई है। इस तरह AB भुजा ते C तो भी लंब है। हल है। सो बच्चों इस त्रिभुज दे विच सानू ये देखना पवेगा कि आधार किहड़ा है कि शिखर लंब किहड़ा। देखो ये की है, आधार है 12 सेंटीमीटर क्योंकि C बिंदु तो यह 90 डिग्री का कोण है, शिखर लंब है। सो संगत ऊंचाई कितनी है 5 सेंटीमीटर, आधार कितना है 12 सेंटीमीटर। आधार दी लंबाई 12 सेंटीमीटर, संगत ऊंचाई 5 सेंटीमीटर, त्रिभुज का खेत्रफल 1/2 गुणा आधार गुणा संगत ऊंचाई। तो 1/2 गुणा आधार 12 सेंटीमीटर गुणा संगत ऊंचाई कितनी है 5 सेंटीमीटर। 2 एकम 2 2 छे 12 6 गुणा 5 30 वर्ग सेंटीमीटर। सो त्रिभुज ABC का क्षेत्रफल कितना आया 30 वर्ग सेंटीमीटर। नेक्स्ट है नेक्स्ट सवाल है त्रिभुज का क्षेत्रफल पता करो। फाइंड द एरिया ऑफ ट्रायंगल। तो चित्र तुहानू दिता होया विच त्रिभुज ABC अधिक कोणित कोण दी हुई है, जिस विच AB 2 सेंटीमीटर ते इसकी संगत ऊंचाई 3 सेंटीमीटर। हल है आधार दी लंबाई कितनी दी हुई 2 सेंटीमीटर, AB भुजा संगत ऊंचाई। सो बच्चों देखो इसकी संगत ऊंचाई त्रिभुज तो बाहर सानू देखनी पई क्योंकि यह अधिक कोणित कोण है, इसकी संगत ऊंचाई अंदर नहीं सी ली जा सकती। सो संगत ऊंचाई बाहर है 3 सेंटीमीटर। त्रिभुज का क्षेत्रफल 1/2 गुणा आधार गुणा संगत ऊंचाई। 1/2 आधार कितना है 2 सेंटीमीटर गुणा संगत ऊंचाई कितनी है 3 सेंटीमीटर। 2 ना 2 कट्टे गए, कितना आ गया 3 सेंटीमीटर गुणा सेंटीमीटर 3 वर्ग सेंटीमीटर।